ने जुड़िए सतगुरां दे चरणों दे नाल आनंद माणिए जी। वाहिगुरु जी का खालसा वाहिगुरु जी की फतेह। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच। जिन्हां दसंदड़ियां दुरमत वंझै मित्र साडड़े से हों टूटे दी जग सबाया जन नानक विरले के। सज्जन सच्चा पातशाह सिर साहां दैसाहु जिस पास बैठिया सोईऐ सबना दा वेसाहु। सज्जन सच्चा पातशाह सिर साहां दैसाहु जिस पास बैठिया सोईऐ सबना दा वेसाहु। सतनाम श्री वाहिगुरु साहिब जी। राग गौड़ी पूर्वी महला पंजवा। करो बेनंती सुनो मेरे मीता संत टहल की बेला। ईहा खाट चलहो हर लाहा आगे बसन सुहेला। करो बेनंती सुनो मेरे मीता। परम सन्मान जो गुरु रूप गुरु खालसा साध संगत जी। वाहिगुरु जी का खालसा वाहिगुरु जी की फतेह। आप सरबत संगतां बहुत बहुत वड्डियां भागां वाले हो जिन्हां नूं गरीब नवाज सतगुरु धन धन सतगुरु श्री गुरु ग्रंथ साहिब सच्चे पातशाह महाराज जी की परम पवित्र हजूरी अंदर जुड़ करके बहुत ही परोपकारी आत्मा महापुरुष संत बाबा सोहन सिंह जी संत बाबा लक्ष्मण सिंह जी तिन्हां दी सालाना याद नूं मनाउंदियां होइयां अमृत वेले तो दीवाना अंदर हाजरियां भरन दा सत संगत करन दा शुभ सुभागा समा प्राप्त हो रहा है। श्री अखंड पाठ साहिबां दे भोग तो उपरंत दीवान सजे हन। आप जी ने रागी जथियां तो गुरबाणी दा बहुत ही रस भिन्ना कीर्तन सरवण कीता ਅਤੇ ਗੁਰੂ ਘਰ ਦੇ ਵਿਦਵਾਨਾਂ ਤੋਂ ਗੁਰਮਤਿ ਦੀਆਂ ਵਿਚਾਰਾਂ ਸਰਵਣ ਕੀਤੀਆਂ ਹਨ। ਹੁਣੇ ਹੁਣੇ ਸੰਗਤ ਦੇ ਦਰਮਿਆਨ ਖਾਲਸਾ ਪੰਥ ਦੀ ਬਹੁਤ ਹੀ ਸਤਿਕਾਰਯੋਗ ਹਸਤੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਵੀ ਆਪ ਸੰਗਤ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ ਹਨ और उन्होंने दर्शन असीं भी कर रहे हाँ। इस तरह साड़ी बहुत सत्कारयोग हस्ती निर्मल भेख दे सैकटरी साहिब महापुरुष संत बाबा बलवंत सिंह जी और उन्होंने नाल होर भी महापुरुष आप संगत के दर्शन कर रहे हैं। समा बहुत संकोचमा है। पिछले सवा महीने तो इस इलाके के वख-वख नगर और शहर के अंदर संगतां ने दमदमी टकसाल के महान प्रसिद्ध विद्वान सत्कारयोग ज्ञानी जीवा सिंह जी की रचना तो श्री जपजी साहिब जी की और श्री कीर्तन सोला साहिब जी की बाणी
ਜੋ ਸੁਹਲਾ ਬਾਣੀ ਦੇ ਸਿਰਲੇਖ ਹੇਠ ਸਤਿਗੁਰਾਂ ਨੇ ਉਚਾਰਨ ਕੀਤੀ ਹੈ, ਉਸ ਪਾਵਨ ਗੁਰਬਾਣੀ ਦੀ ਕਥਾ ਸੁਣ ਕੇ ਬੜਾ ਹੀ ਆਨੰਦ ਮਾਣਿਆ ਹੈ। ਰਾਤ ਦੇ ਦੀਵਾਨ ਸਜੇ ਹੋਏ ਸਨ। ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਇੱਥੇ ਹਾਜ਼ਰੀਆਂ ਭਰ ਰਹੀਆਂ ਸਨ। ਸੋ ਇਸ ਕਰਕੇ ਜੋ ਇੱਕ ਸ਼ਬਦ ਰਹਿ ਗਿਆ ਹੈ, ਉਸ ਦੀ ਕਥਾ ਮਨ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੋ। ਹਜੂਰ ਇਸ ਪਾਵਨ ਸ਼ਬਦ ਦੁਆਰਾ ਉਪਦੇਸ਼ ਦੇ ਰਹੇ ਹਨ ਕਿ ਐ ਮਨੁੱਖ, ਤੈਨੂੰ ਇਹ ਜਿਹੜੀ ਮਨੁੱਖਾ ਦੇਹ ਮਿਲੀ ਹੈ, ਇਸ ਤੋਂ ਵੱਡੀ ਵਾਹਿਗੁਰੂ ਦੀ ਤੇਰੇ ਉੱਤੇ ਹੋਰ ਕੋਈ ਬਖਸ਼ਿਸ਼ ਔਰ ਮਿਹਰ ਅਤੇ ਰਹਿਮਤ ਨਹੀਂ ਹੈ, ਜਿਹੜਾ ਤੈਨੂੰ ਮਨੁੱਖਾ ਤਨ ਦਿੱਤਾ ਹੈ, ਮਨੁੱਖਾ ਦੇਹੀ ਦਿੱਤੀ ਹੈ। ਇਸ ਮਨੁੱਖਾ ਦੇਹ ਨੂੰ ਸਫਲ ਕਰਨ ਵਾਸਤੇ ਆਪਣੇ ਸਤਿਗੁਰਾਂ ਦੇ ਅੱਗੇ ਬੇਨਤੀਆਂ ਕਰਕੇ, ਆਪਣੇ ਸਤਿਗੁਰੂ ਦੀ ਸੇਵਾ, ਆਪਣੇ ਸਤਿਗੁਰੂ ਦੇ ਪਿਆਰੇ ਗੁਰਸਿੱਖਾਂ ਦੀ ਸੰਗਤ ਔਰ ਸੇਵਾ ਕਰਕੇ, ਆਪਣਾ ਜੀਵਨ ਸਫਲ ਕਰਕੇ, ਆਪਣੇ ਜੀਵਨ ਨੂੰ ਵਾਹਿਗੁਰੂ ਦੇ ਚਰਨਾਂ ਵਿੱਚ ਹਮੇਸ਼ਾ ਲਈ ਅਭੇਦਤਾ ਨੂੰ ਪ੍ਰਾਪਤ ਕਰਨਾ ਕਰ। ਗੌੜੀ ਪੂਰਬੀ ਦੇ ਅੰਦਰ ਗੌੜੀ ਰਾਗ ਦੀਆਂ 9 ਜਾਤੀਆਂ ਹਨ। ਉਹਨਾਂ ਵਿੱਚੋਂ ਰਾਗ ਗੌੜੀ ਦੀ ਪੂਰਬੀ ਦੇ ਅੰਦਰ ਪੰਚਮ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਐ ਮਿੱਤਰ ਗੁਰਸਿੱਖ ਜਗਿਆਸੂ, ਆਪਣੇ ਸਤਿਗੁਰਾਂ ਦੇ ਚਰਨਾਂ ਵਿੱਚ ਇਸ ਤਰ੍ਹਾਂ ਬੇਨਤੀਆਂ ਕਰਿਆ ਕਰ, ਜੋਦੜੀਆਂ ਕਰਿਆ ਕਰ, ਔਰ ਬੇਨਤੀਆਂ ਅਰਦਾਸਾਂ ਕਰਦਿਆਂ ਮਨ ਵਿੱਚ ਇਹ ਭਾਵਨਾ ਸ਼ਰਧਾ ਰੱਖਣੀ ਹੈ ਕਿ ਜੋ ਐਸ ਲੋਕ ਦਾ ਵੀ ਮਿੱਤਰ ਸਾਥੀ ਹੈ, ਪਰਲੋਕ ਵਿੱਚ ਵੀ ਹਰ ਥਾਂ ਤੇ ਸਹਾਇਤਾ ਕਰਨ ਵਾਲਾ ਹੈ। ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀਆ, ਤਿਸ ਮੋਹਨ ਲਾਲ ਪਿਆਰੇ ਹੋਂ ਫਿਰੋਂ ਕੋ ਜੰਤੀਆ। ਐਸੇ ਆਪਣੇ ਪਿਆਰੇ ਅਕਾਲ ਪੁਰਖ ਦੇ ਅੱਗੇ ਇਹ ਭਾਵਨਾ, ਇਹ ਵਿਸ਼ਵਾਸ, ਇਹ ਭਰੋਸਾ ਰੱਖ ਕੇ ਬੇਨਤੀ ਕਰਨੀ ਹੈ ਕਿ ਉਹ ਮੇਰੀਆਂ ਬੇਨਤੀਆਂ ਸੁਣਨ ਵਾਲਾ ਹੈ। ਇਕੱਲਾ ਮੇਰੀ ਫਰਿਆਦ ਨੂੰ, ਮੇਰੀਆਂ ਅਰਦਾਸਾਂ ਨੂੰ, ਬੇਨਤੀਆਂ ਨੂੰ ਸੁਣਨ ਵਾਲਾ ਨਹੀਂ, ਉਹ ਮੇਰੀਆਂ ਬੇਨਤੀਆਂ ਸੁਣ ਕੇ ਪੂਰੀਆਂ ਵੀ ਕਰਨ ਵਾਲਾ ਹੈ। ਹਜੂਰ ਨੇ ਬੜਾ ਸੁੰਦਰ ਨਿਰਣਾ ਕੀਤਾ ਹੈ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੇ, ਤਿਨ ਹੀ ਸੁਣਿਆ ਦੁਖ ਸੁਖ ਮੇਰਾ, ਤਉ ਬਿਦ ਨੀਕੀ ਖਟਾਨੇ। ਜੀ ਕੀ ਏਕ ਹੀ ਪਹਿਮਾਨੀ, ਅਬਰ ਯਤਨ ਕਰ ਰਹੇ ਬਹੁ ਤੇਰੇ, ਤਿਨ ਤਿਲ ਨਹੀਂ ਕੀਮਤ ਜਾਨੀ। ਐਸਾ ਵਿਸ਼ਵਾਸ ਮਨ ਵਿੱਚ ਰੱਖ ਕੇ ਆਪਣੇ ਸਤਿਗੁਰੂ ਦੇ ਅੱਗੇ ਬੇਨਤੀਆਂ ਅਰਦਾਸਾਂ ਕਰਿਆ ਕਰ, ਔਰ ਕਿ ਮੇਰੀ ਵੀ ਮਹਾਰਾਜ ਬੇਨਤੀ ਸੁਣਨਾ ਕਰੋ। ਮੇਰੀ ਵੀ ਫਰਿਆਦ ਹੈ, ਪੁਕਾਰ ਹੈ ਕਿ ਜਿੱਥੇ ਮੈਨੂੰ ਸੰਸਾਰਕ ਸੁੱਖਾਂ ਦੀ ਦਾਤ ਬਖਸ਼ਿਸ਼ ਕਰਨੀ ਹੈ, ਸੰਸਾਰਕ ਦੁੱਖਾਂ ਦੀ ਨਿਵਰਤੀ ਵੀ ਹਜ਼ੂਰ ਆਪ ਨੇ ਮੇਰੀ ਕਰਨੀ ਹੈ, ਉੱਥੇ ਸੱਚੇ ਪਾਤਸ਼ਾਹ ਮੇਰਾ ਮਨੁੱਖਾ ਜੀਵਨ ਵੀ ਸਫਲ ਹੋ ਜਾਏ। ਇਸ ਤਰ੍ਹਾਂ ਆਪਣੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀਆਂ ਅਰਦਾਸਾਂ ਕਰਿਆ ਕਰ। ਸੰਤ ਟਹਿਲ ਕੀ ਬੇਲਾ। ਤਾਂ ਸਤਿਗੁਰੂ ਜੀ ਕਹਿੰਦੇ ਜੇ ਬੇਨਤੀਆਂ ਕਰਨੀਆਂ ਹਨ ਮਨੁੱਖਾ ਤਨ ਦੀ ਸਫਲਤਾ ਵਾਸਤੇ, ਤਾਂ ਇਸ ਦਾ ਢੰਗ, ਇਸ ਨੂੰ ਸਫਲ ਕਰਨ ਦੀ ਯੁਗਤੀ ਤਰੀਕਾ ਕੀ ਹੈ? ਜਿਹੜੇ ਸੰਤ ਪ੍ਰਭੂ ਦੇ ਪਿਆਰੇ ਨਾਮ ਜਪਣ ਵਾਲੇ ਹਨ, ਜੈਸੇ ਸੰਤ ਬਾਬਾ ਸੋਹਣ ਸਿੰਘ ਜੀ, ਸੰਤ ਬਾਬਾ ਲਛਮਣ ਸਿੰਘ ਜੀ ਵਰਗੀਆਂ ਪਵਿੱਤਰ ਧਾਰਮਿਕ ਹਸਤੀਆਂ, ਮਹਾਂਪੁਰਖ, ਜਿਹੜੇ ਨਾਮ ਜਪਣ ਵਾਲੇ ਮਹਾਂਪੁਰਖ ਹਨ। ਗੁਰਬਾਣੀ ਦਾ ਫਰਮਾਨ ਹੈ, ਟਹਿਲ ਕਰੋ ਤੇਰੇ ਦਾਸ ਕੀ ਪਗ ਝਾਰੋ ਬਾਲ। ਤੇਰੇ ਦਾਸਾਂ ਦੇ ਦਰ ਦੀ ਟਹਿਲ ਸੇਵਾ ਕਰਦੇ ਰਹੀਏ ਹਮੇਸ਼ਾ ਵਾਸਤੇ। ਪਾਣੀ ਪੱਖਾ ਪੀਸ ਦਾਸ ਕਹਿ ਤਬ ਹੋਏ ਨਿਹਾਲ। ਇਹ ਆਗਿਆ ਕੀਤੀ ਹੈ ਮੇਰੇ ਸਤਿਗੁਰੂ ਨੇ ਨਾਮ ਜਪਣ ਵਾਲੇ ਗੁਰਮੁਖਾਂ ਦੇ ਦਰ ਦੀ ਸੇਵਾ ਕਰਨ ਦੀ। ਔਰ ਇਹ ਵੇਲਾ, ਇਹ ਸਮਾਂ, ਇਹ ਬਾਰੀ ਤੈਨੂੰ ਮਨੁੱਖਾ ਜੀਵਨ ਵਿੱਚ ਹੀ ਮਿਲੀ ਹੈ ਕਿ ਤੂੰ ਆਪਣੇ ਸਤਿਗੁਰੂ ਦੇ ਦਰ ਦੇ ਪਿਆਰਿਆਂ ਦੀ ਟਹਿਲ ਸੇਵਾ ਕਰਕੇ, ਜਾਂ ਭਗਤੀ ਰੂਪ ਟਹਿਲ ਕਰਕੇ, ਜਾਂ ਹੱਥੀਂ ਸੇਵਾ ਕਰਨ ਰੂਪ ਟਹਿਲ ਕਰਕੇ
ਆਪਣੇ ਮਨੁੱਖਾ ਜੀਵਨ ਦੇ ਅੰਦਰ ਇੱਕ ਵੱਡੀ ਪੂੰਜੀ, ਇੱਕ ਵੱਡਾ ਲਾਹਾ ਲੈਣਾ ਕਰ। ਈਹਾ ਖਾਟ ਚੱਲੋ ਹਰ ਲਾਹਾ, ਇੱਥੋਂ ਖੱਟੀ ਲੈ ਕੇ ਭਾਵ ਇੱਥੋਂ ਨਫਾ ਲੈ ਕੇ ਪ੍ਰਲੋਕ ਦੇ ਵਿੱਚ ਨਾਲ ਲਿਜਾਣ ਵਾਸਤੇ, ਜਿਵੇਂ ਦੁਨੀਆ ਦਾ ਸਫ਼ਰ ਕਰਨ ਲਈ ਮਨੁੱਖ ਬੜੀ ਮਿਹਨਤ ਮਸ਼ੱਕਤ ਕਰਦਾ ਹੈ, ਧਨ ਜੋੜਦਾ ਹੈ, ਹੋਰ ਪਦਾਰਥਾਂ ਨੂੰ ਸੰਗ੍ਰਹਿ ਕਰਦਾ ਹੈ, ਇਸੇ ਤਰ੍ਹਾਂ ਜਿਸ ਮਾਰਗ ਤੇ ਤੂੰ ਜਾਣਾ ਹੈ, ਜੇ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾ ਸੰਗ ਤੋਸਾ, ਉੱਥੇ ਵੀ ਨਾਲ ਕੁਝ ਲੈ ਕੇ ਜਾਣਾ ਕਰ। ਉੱਥੇ ਵੀ ਤੇਰੇ ਵਰਤਣ ਵਾਸਤੇ ਤੈਨੂੰ ਕੋਈ ਪੂੰਜੀ ਚਾਹੀਦੀ ਹੈ। ਮਹਾਰਾਜ ਕਹਿੰਦੇ ਉਹ ਸੇਵਾ ਦੀ ਖੱਟੀ, ਨਾਮ ਦੀ ਖੱਟੀ, ਗੁਰਮਤਿ ਦੀ ਖੱਟੀ, ਇਸ ਪੂੰਜੀ ਨੂੰ ਨਾਲ ਲੈ ਕੇ ਚੱਲਣਾ ਕਰ। ਹਰੀ ਦੇ ਨਾਮ ਰੂਪ ਲਾਭ ਨੂੰ, ਭਾਵ ਨਾਮ ਦੀ ਕਮਾਈ ਰੂਪ ਲਾਭ ਨੂੰ, ਜਿਵੇਂ ਮਹਾਂਪੁਰਖਾਂ ਨੇ, ਗੁਰਸਿੱਖਾਂ ਨੇ ਨਾਮ ਦੀਆਂ ਕਮਾਈਆਂ ਕੀਤੀਆਂ ਹਨ, ਇਹੀ ਲਾਭ ਆਪਣੇ ਜੀਵਨ ਦੇ ਵਿੱਚ ਮਨੁੱਖਾ ਜੀਵਨ ਦਾ ਲੈ ਕੇ ਇੱਥੋਂ ਜਾਣਾ ਕਰ। ਖਾਲੀ ਹੱਥ ਨਾ ਜਾਈ ਕੌਰੂ ਬਾਦਸ਼ਾਹ ਵਾਂਗੂ। ਆਗੇ ਬਸਨ ਸੁਹੇਲਾ, ਅੱਗੇ ਪ੍ਰਲੋਕ ਵਿੱਚ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਤੇਰਾ ਬਸਣਾ ਸੁਖੈਨ ਹੋ ਜਾਏਗਾ। ਉੱਥੇ ਤੂੰ ਸੁਖ ਦੇ ਸਹਿਤ ਰਹਿ ਸਕੇਗਾ। ਔਦ ਘਟੈ ਦਿਨ ਸੁਰੈ ਨਾਰੇ, ਨਾਲ ਚੇਤਾਵਨੀ ਦਿੰਦੇ ਆ ਕਿ ਮਨੁੱਖਾ ਜਨਮ ਜਿਹੜਾ ਮਿਲਿਆ, ਇਹਦੀ ਔਦ ਜਿਹੜੀ ਉਮਰ ਹੈ ਨਾ, ਹਰ ਦਿਨ ਹਰ ਰਾਤ ਤੇਰੀ ਘਟਦੀ ਜਾ ਰਹੀ ਹੈ, ਵੱਧ ਨਹੀਂ ਰਹੀ। ਜਨਨੀ ਜਾਣਤ ਸੁਤ ਵੱਡਾ ਹੋਤ ਹੈ, ਇਤਨਾ ਕੁ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ। ਦੇਖੋ ਹੋ ਮਾਇਆ ਦਾ ਕੈਸਾ ਆਸ਼ਚਰਜ ਪ੍ਰਭਾਵ ਹੈ। ਕਹਿੰਦੇ ਮਾਂ ਵੇਖਦੀ ਹੈ ਮੇਰਾ ਪੁੱਤਰ ਵੱਧ ਰਿਹਾ ਹੈ, ਤਕੜਾ ਹੋ ਰਿਹਾ ਹੈ, ਵੱਡਾ ਹੋ ਰਿਹਾ ਹੈ, ਪਰ ਇੰਨਾ ਅਗਿਆਤ ਮਾਂ ਨੂੰ ਗਿਆਨ ਨਹੀਂ ਕਿ ਜਿੰਨੀ ਵਾਹਿਗੁਰੂ ਨੇ ਉਮਰ ਦਿੱਤੀ ਉਹਦੇ ਵਿੱਚੋਂ ਤਾਂ ਸਵਾਸ ਘਟ ਰਹੇ ਹੈ, ਉਹਦੇ ਵਿੱਚੋਂ ਤਾਂ ਜ਼ਿੰਦਗੀ ਮੁੱਕਦੀ ਜਾ ਰਹੀ ਹੈ, ਉਮਰ ਦਾ ਸਮਾਂ ਘਟਦਾ ਜਾ ਰਿਹਾ ਹੈ। ਇਸ ਕਰਕੇ ਰਾਤ ਅਤੇ ਦਿਨ ਜਿਹੜਾ ਸਮਾਂ ਗੁਜ਼ਰਦਾ ਹੈ, ਇਹ ਉਮਰ ਦਾ ਸਮਾਂ ਤੇਰਾ ਘਟਦਾ ਹੀ ਜਾ ਰਿਹਾ ਹੈ। ਮਨ ਗੁਰ ਮਿਲ ਕਾਜ ਸਵਾਰੇ, ਐ ਮਨਾ ਐ ਜੀਵ ਗੁਰੂ ਨੂੰ ਮਿਲ ਕੇ ਮਨੁੱਖਾ ਜੀਵਨ ਰੂਪ ਜਨਮ ਦੀ ਸਫਲਤਾ ਦਾ, ਗੁਰੂ ਦੀ ਪ੍ਰਾਪਤੀ ਦਾ, ਵਾਹਿਗੁਰੂ ਦੇ ਨਾਲ ਮਿਲਣ ਦਾ ਕਾਰਜ ਤੂੰ ਸਵਾਰ ਲੈਣਾ ਕਰ। ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਇਹੋ ਸੰਸਾਰ ਵਿਕਾਰ ਸੰਸੇ ਮਹ, ਇਹ ਸੰਸਾਰ ਜਿਹੜਾ ਹੈ ਪਰਣੰ ਭਾਵ ਨੂੰ ਪ੍ਰਾਪਤ ਹੋ ਜਾਣ ਵਾਲਾ, ਭਾਵ ਬਦਲ ਜਾਣ ਵਾਲੇ ਨੂੰ ਹੀ ਸੰਸਾਰ ਕਿਹਾ ਹੈ। ਸੰਸਾਇਤੀ ਸੰਸਾਰਾ, ਸੰਸਿਆਂ ਦਾ ਭਰਿਆ ਹੋਇਆ ਹੈ ਔਰ ਵਿਕਾਰ ਹਨ ਇਸ ਸੰਸਾਰ ਦੇ ਅੰਦਰ, ਔਰ ਸੰਸੇ ਹਨ ਇਹਨਾਂ ਦੇ ਵਿੱਚ। ਤਰਿਓ ਬ੍ਰਹਮ ਗਿਆਨੀ, ਸੰਸਿਆਂ ਨੂੰ ਤਿਆਗ ਕੇ ਵਿਕਾਰਾਂ ਤੋਂ ਨਿਵਰਤੀ ਪ੍ਰਾਪਤ ਕਰਕੇ ਜਿਹੜਾ ਵਾਹਿਗੁਰੂ ਦੇ ਬ੍ਰਹਮ ਦੇ ਗਿਆਨ ਨੂੰ ਜਿਹਨੇ ਪ੍ਰਾਪਤ ਕਰ ਲਿਆ, ਐਸਾ ਮਹਾਂਪੁਰਖ ਜਿਹੜਾ ਬ੍ਰਹਮ ਗਿਆਨੀ ਹੈ, ਉਹ ਨਾਮ ਰੂਪ ਜਹਾੜ ਤੇ ਸਵਾਰ ਹੋ ਕੇ ਸੁਖੈਨ ਹੀ ਇਸ ਸੰਸਾਰ ਭੌਜਲ ਤੋਂ, ਸੰਸਾਰ ਰੂਪ ਸਮੁੰਦਰ ਤੋਂ ਸੁਖੈਨ ਹੀ ਤਰ ਜਾਂਦਾ ਹੈ। ਜਿਵੇਂ ਸਮੁੰਦਰ ਵਿੱਚ ਪਾਣੀ ਹੈ, ਇਸੇ ਤਰ੍ਹਾਂ ਸੰਸਾਰ ਵਿੱਚ ਪਦਾਰਥਾਂ ਦਾ ਜਲ ਹੈ। ਜਿਵੇਂ ਸਮੁੰਦਰ ਵਿੱਚ ਲਹਿਰਾਂ ਹੁੰਦੀਆਂ, ਸੰਸਾਰ ਵਿੱਚ ਤ੍ਰਿਸ਼ਨਾ ਦੀਆਂ ਲਹਿਰਾਂ ਹਨ। ਇਸੇ ਤਰ੍ਹਾਂ ਜਿਵੇਂ ਪਾਣੀ ਵਿੱਚ ਜੀ ਜੰਤ ਹੁੰਦੇ, ਇੱਧਰ ਕਾਮ ਕ੍ਰੋਧ ਲੋਭ ਹੰਕਾਰ ਦੇ ਮਗਰਮੱਛ ਅਤੇ ਜਲ ਦੇ ਜੀਵ ਜੰਤੂ ਹਨ। ਸੋ ਇਸ ਤਰ੍ਹਾਂ ਭਾਈ ਤੂੰ ਇਸ ਸੰਸਾਰ ਰੂਪ ਸਮੁੰਦਰ ਨੂੰ ਸੰਸਿਆਂ ਤੋਂ ਪਾਰ ਹੋ ਕੇ, ਵਿਕਾਰਾਂ ਤੋਂ ਮੁਕਤੀ ਪ੍ਰਾਪਤ ਕਰਕੇ, ਗੁਰੂ ਸਾਹਿਬ ਨੂੰ ਮਿਲ ਕੇ ਬ੍ਰਹਮ ਗਿਆਨੀ ਗੁਰਮੁਖਾਂ ਦੀ ਤਰ੍ਹਾਂ ਇਸ ਸੰਸਾਰ ਨੂੰ ਸੁਖੈਨ ਤਰ ਜਾਣਾ ਕਰ। ਉਹਨਾਂ ਨੇ ਕਿਵੇਂ ਤਰਿਆ? ਬ੍ਰਹਮ ਗਿਆਨੀ ਕਾ ਨਾਮ ਹਾਰ, ਬ੍ਰਹਮ ਗਿਆਨੀ ਕਾ ਨਾਮ ਪ੍ਰਵਾਰ। ਨਾਮ ਦੇ ਆਸਰੇ ਉਹ ਸੁਖੈਨ ਜਿਵੇਂ ਤਰਿਆ, ਤੂੰ ਤਰ ਜਾਣਾ ਕਰ। ਜਿਸ ਹੈ ਗਾਏ ਪਿਆਵੈ ਇਹੋ ਰਸ, ਸਤਿਗੁਰੂ ਜੀ ਬੜਾ ਸੁੰਦਰ ਫਰਮਾਨ ਕਰਦੇ ਹੈ ਕਿ ਇਹ ਜੀਵ ਅਗਿਆਨ ਲਾਏ ਸਵਾਲਿਆ, ਗੁਰ ਗਿਆਨੈ ਲਾਏ ਜਗਾਵੈ ਗੋ। ਵਿਦਿਆ ਦੀ ਨੀਂਦ ਵਿੱਚ ਤੂੰ ਸੁੱਤਾ ਪਿਆ ਹੈ, ਤੇ ਜਦੋਂ ਤੈਨੂੰ ਸਤਿਗੁਰੂ ਮਹਾਰਾਜ ਉਪਦੇਸ਼ ਦੇ ਨਾਲ
ਬਖਸ਼ਿਸ਼ ਦੇ ਨਾਲ ਜਗਾ ਦਿੰਦੇ ਹਨ। ਔਰ ਜਦੋਂ ਜਾਗ ਪੈਂਦਾ ਹੈ ਮਨ ਸੋਇਆ ਮਾਇਆ ਵਿਸ਼ਵਾਸ, ਸੁੱਤਾ ਪਿਆ ਮਨ ਜਦੋਂ ਜਾਗ ਪੈਂਦਾ ਹੈ, ਜੀਵ ਜਾਗ ਪੈਂਦਾ ਹੈ ਤੇ ਨਾਮ ਦੇ ਰਸ ਨੂੰ ਸਤਿਗੁਰੂ ਜੀ ਪਿਆਉਣਾ ਕਰਦੇ। ਜਿਵੇਂ ਬੱਚੇ ਨੂੰ ਜਗਾ ਜਗਾ ਕੇ ਮਾਂ ਦੁੱਧ ਪਿਆਉਂਦੀ ਹੈ, ਪਤਾ ਨਾ ਇਹ ਭੁੱਖ ਲੱਗੀ ਹੈ, ਮੇਰੀ ਜ਼ਿੰਮੇਵਾਰੀ ਹੈ। ਗੁਰੂ ਸਾਹਿਬ ਵੀ ਇਸੇ ਤਰ੍ਹਾਂ ਸੰਗਤ ਦੇ ਵਿੱਚ ਗੁਰ ਉਪਦੇਸ਼ ਦੁਆਰਾ ਹਲੋਰੇ ਦੇ ਦੇ ਕੇ ਜਗਾ ਰਹੇ ਹੈ। ਕਹਿ ਜੀਵ ਤੂੰ ਸੁੱਤਾ ਪਿਆ ਹੈ, ਵਿਕਾਰਾਂ ਦੀ ਨੀਂਦ ਵਿੱਚ ਸੁੱਤਾ ਪਿਆ, ਗਿਆਨ ਦੀ ਗੂੜੀ ਨੀਂਦ ਵਿੱਚ ਸੁੱਤਾ ਪਿਆ, ਅਵਿਦਿਆ ਦੀ ਨੀਂਦ ਵਿੱਚ ਸੁੱਤਾ ਪਿਆ। ਇਸ ਕਰਕੇ ਇਹ ਅੰਮ੍ਰਿਤ ਨਾਮ ਰਸ ਨੂੰ ਉੱਠ ਕੇ ਪੀਣਾ ਕਰ, ਪੀ ਲੈ ਜੇ ਜੀਵਨ ਵਿੱਚ ਅਸਲੀ ਜੀਵਨ ਭਾਵ ਪ੍ਰਾਪਤ ਕਰਨਾ ਹੈ। ਅਕਥ ਕਥਾ ਤਿਨ ਜਾਨੀ, ਜਿਨ੍ਹਾਂ ਨੇ ਨਾਮ ਦੇ ਰਸ ਨੂੰ ਪੀ ਲਿਆ ਹੈ ਭਾਈ, ਦੁੱਧ ਦੀ ਤਰ੍ਹਾਂ ਅੰਮ੍ਰਿਤ ਰੂਪ ਨਾਮ ਰਸ ਨੂੰ ਪੀਤਾ ਹੈ, ਉਹਨਾਂ ਦੀ ਅਕਥ ਵਾਹਿਗੁਰੂ ਪਰਮੇਸ਼ਰ ਜੋ ਕਥਨ ਤੋਂ ਰਹਿਤ ਹੈ ਉਸ ਨੂੰ ਤਿਨਾਂ ਨੇ ਜਾਣ ਲਿਆ, ਪ੍ਰਾਪਤ ਕਰ ਲਿਆ, ਸਮਝ ਲਿਆ ਹੈ। ਜਾ ਕਉ ਆਏ ਸੋਈ ਬਿਹਾਜਹੁ, ਜਿਸ ਵਣਜ ਨੂੰ ਕਰਨ ਵਾਸਤੇ ਇਸ ਮਾਤ ਲੋਕ ਆਇਆ, ਵਪਾਰ ਕਰਨ ਵਾਸਤੇ ਦੁਕਾਨ ਤੇ ਜਾਈਦਾ, ਸ਼ਾਹੂਕਾਰ ਨੂੰ ਮਿਲੀਦਾ, ਉੱਥੇ ਆਪਣੇ ਕੋਲੋਂ ਕੋਈ ਪੂੰਜੀ ਦੇਈਦੀ ਹੈ, ਫੇਰ ਵਸਤੂ ਖਰੀਦੀ ਦੀ ਹੈ। ਇੱਧਰ ਕਿਹੜੀ ਥਾਂ ਸਤ ਸੰਗਤ ਰੂਪ ਹੱਟੀ ਹੈ, ਦੁਕਾਨ ਹੈ। ਗੁਰੂ ਸਾਹਿਬ ਸ਼ਾਹੂਕਾਰ ਦੀ ਤਰ੍ਹਾਂ ਹਨ, ਸਵਾਸਾਂ ਰੂਪ ਸਰਦਾ ਰੂਪ ਪੂੰਜੀ ਦੇ ਕਰਕੇ ਨਾਮ ਦੀ ਅਮੋਲਕ ਦਾਤ ਲੈਣਾ ਕਰ, ਇਸ ਤਰ੍ਹਾਂ ਦਾ ਵਣਜ ਕਰਨਾ ਕਰ। ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨ ਹੈ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਜੇ, ਬਹੁਰ ਨਾ ਹੋਏ ਗੋ ਫੇਰਾ। ਇਸ ਤਰ੍ਹਾਂ ਦਾ ਵਪਾਰ ਸਤਿਗੁਰੂ ਮਹਾਰਾਜ ਜੀ ਦੇ ਦਰ ਤੇ ਆ ਕੇ ਕਰਨਾ ਕਰ। ਹਰ ਗੁਰ ਤੇ ਮਨ ਹੈ ਬਸੇਰਾ, ਔਰ ਹਰੀ ਸਰੂਪ ਜੋ ਸਤਿਗੁਰੂ ਹਨ ਉਹਨਾਂ ਦੇ ਦਰ ਦੇ ਉੱਤੇ ਮਨ ਦੁਆਰਾ ਬਸਣਾ ਭਾਵ ਜੁੜਨਾ ਕਰ, ਤਨ ਦੁਆਰਾ ਜੁੜਨਾ ਕਰ, ਉਹਨਾਂ ਸਤਿਗੁਰਾਂ ਦੇ ਚਰਨਾਂ ਵਿੱਚ ਆਉਣਾ ਕਰ, ਨਾਮ ਦਾ ਵਣਜ ਕਰਨਾ ਕਰ। ਨਿਜ ਘਰ ਮਹਿਲ ਪਾਵੋ ਸੁਖ ਸਹਜੇ, ਨਿਜ ਘਰ ਆਪਣਾ ਘਰ ਆਤਮ ਸਰੂਪ ਜੋ ਹੈ ਉਸ ਵਾਹਿਗੁਰੂ ਦੇ ਸਰੂਪ ਦੀ ਤੂੰ ਪ੍ਰਾਪਤੀ ਕਰ ਲਵੇਂਗਾ, ਔਰ ਸਹਿਜੇ ਸੁਤੇ ਹੀ ਤੈਨੂੰ ਆਤਮਿਕ ਆਨੰਦ ਦਾ ਸੁਖ ਪ੍ਰਾਪਤ ਹੋ ਜਾਵੇਗਾ। ਹਿਰਦੇ ਰੂਪ ਘਰ ਦੇ ਵਿੱਚ ਜਦੋਂ ਮਹੱਲ ਵਾਹਿਗੁਰੂ ਰੂਪ ਸਰੂਪ ਦੀ ਪ੍ਰਾਪਤੀ ਕਰ ਲਈ, ਬਹੁਰ ਨਾ ਹੋਏ ਗੋ ਫੇਰਾ, ਮੁੜ ਕੇ ਤੇਰਾ ਸੰਸਾਰ ਭਾਵਜਲ ਦੇ ਵਿੱਚ ਫੇਰਾ ਨਹੀਂ, ਦੁਬਾਰਾ ਨਹੀਂ ਆਉਣਾ ਹੋਵੇਗਾ। ਦੁਬਾਰਾ ਨਹੀਂ ਜੰਮਣ ਮਰਨ ਦੇ ਚੱਕਰ ਵਿੱਚ ਪਵੇਂਗਾ, ਜੰਮਣ ਮਰਨ ਤੋਂ ਛੁਟਕਾਰਾ ਹੋ ਜਾਏਗਾ, ਸੰਸਾਰ ਦਾ ਫੇਰਾ ਨਹੀਂ ਮੁੜ ਕੇ ਪਵੇਗਾ, ਨਰਕਾਂ ਵਿੱਚ ਵੀ ਨਹੀਂ ਫੇਰਾ ਲੱਗੇਗਾ ਦੁਬਾਰਾ। ਅੰਤਰਜਾਮੀ ਪੁਰਖ ਵਿਧਾਤੇ, ਜੋ ਅੰਤਰਜਾਮੀ ਸਰਬ ਦਾ ਪ੍ਰੇਰਕ ਹੈ, ਸਾਰਿਆਂ ਦੇ ਹਿਰਦਿਆਂ ਦੀ ਜਾਣਨ ਵਾਲਾ ਪਰਿਪੂਰਨ ਹੈ। ਵਿਧਾਤਾ ਦਾ ਅਰਥ ਹੁੰਦਾ ਕਰਮਾਂ ਅਨੁਸਾਰ ਫਲ ਦੇਣ ਵਾਲਾ, ਫਲ ਪ੍ਰਦਾਤਾ ਉਹਨੂੰ ਕਹਿੰਦੇ ਆ। ਆਪਾਂ ਤਾਂ ਨਾਮ ਦੀ ਸੇਵਾ ਦੀ ਗੱਲ ਕਰਦੇ ਆ ਨਾ ਜਦੋਂ, ਤੇ ਸਾਡੇ ਮਨ ਵਿੱਚ ਇੱਕ ਖਿਆਲ ਆਉਂਦਾ ਜੀ ਇਹਦਾ ਫਿਰ ਸਾਨੂੰ ਫਲ ਕੀ ਮਿਲੇਗਾ, ਜੇ ਸਿੱਖੀ ਧਾਰ ਲਈ ਕੀ ਫਲ ਮਿਲੇਗਾ, ਨਾਮ ਜਪ ਲਿਆ ਕੀ ਫਲ ਮਿਲੇਗਾ, ਸੇਵਾ ਕੀਤੀ ਕੀ ਫਲ ਮਿਲੇਗਾ। ਫਲ ਦੀ ਇੱਛਾ ਬਹੁਤ ਹੈ ਸਾਡੇ ਮਨ ਵਿੱਚ। ਮੇਰੇ ਸਤਿਗੁਰੂ ਜੀ ਕਿੰਨਾ ਸੁੰਦਰ ਉੱਤਰ ਦਿੰਦੇ ਆ, ਪਤਿਤ ਪਾਵਨ ਹਰ ਬਿਰਦ ਸਦਾਏ, ਇੱਕ ਤਿਲ ਨਹੀਂ ਭੰਨੈ ਘਾਲੇ। ਪਰਮੇਸ਼ਰ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਉਹਦਾ ਬਿਰਦ ਹੈ, ਉਹ ਤਾਂ ਇੰਨਾ ਦਿਆਲੂ, ਕੁਝ ਤਿਲ ਜਿੰਨੀ ਘਾਲਣਾ ਘਾਲ ਲਵੇ ਨਾ ਜੀਵਨ ਵਿੱਚ ਉਹਦੇ ਨਿਮਿਤ, ਉਸ ਵਾਹਿਗੁਰੂ ਦੇ ਨਿਮਿਤ, ਤੇ ਉਸ ਨੂੰ ਵੀ ਅਜਾਈ ਨਹੀਂ ਜਾਣ ਦਿੰਦਾ, ਉਹਦਾ ਵੀ ਫਲ ਦਿੰਦਾ ਕਿ ਇਸਨੇ ਇਹ ਘਾਲਣਾ ਘਾਲੀਆ, ਇਹਨੂੰ ਇਹ ਫਲ ਦੇਣਾ ਹੀ ਦੇਣਾ। ਉਹ ਫਲ ਪ੍ਰਦਾਤਾ ਵਾਹਿਗੁਰੂ ਪਰਮੇਸ਼ਰ ਹੈ, ਉਸ ਦੇ ਚਰਨਾਂ ਵਿੱਚ ਬੇਨਤੀ ਕਰਨੀ ਹੈ। ਸਰਦਾ ਮਨ ਕੀ ਪੂਰੇ, ਇਹ ਸੱਚੇ ਪਾਤਸ਼ਾਹ ਮੇਰੇ ਮਨ ਵਿੱਚ ਪੂਰਨ ਸ਼ਰਧਾ ਪੂਰਨ ਵਿਸ਼ਵਾਸ ਤੁਹਾਡੇ ਉੱਤੇ ਬਣ ਆਵੇ। ਵਿਦਵਾਨ ਕਹਿੰਦੇ ਭਾਵੋ ਹੀ ਬਿਦ ਤੇ ਦੇਵਾ, ਭਾਵਨਾ ਸ਼ਰਧਾ ਹੀ ਮੁਕਤੀ ਨੂੰ ਦੇਣ ਵਿੱਚ ਮੁੱਖ ਸਾਧਨ ਹੈ। ਸਾਧ ਸੰਗਤ ਜੀ ਅੱਜ ਸ਼ਰਧਾ ਤੋੜੀ ਜਾ ਰਹੀ ਹੈ। ਪਹਿਲਾਂ ਵੀ ਵਿਦਵਾਨ ਗੁਰਮੁਖ ਜ਼ਿਕਰ ਕਰ ਰਹੇ ਸਨ,
ਅੱਜ ਗੁਰਬਾਣੀ ਤੋਂ ਸਾਡੀ ਸ਼ਰਧਾ ਤੋੜੀ ਜਾ ਰਹੀ ਹੈ, ਸਿੱਖੀ ਦੇ ਸਿਧਾਂਤਾਂ ਤੋਂ ਸਾਡੀ ਸ਼ਰਧਾ ਤੋੜੀ ਜਾ ਰਹੀ ਹੈ, ਬਾਣੀ ਬਾਣੇ ਤੋਂ ਸਾਡੀ ਸ਼ਰਧਾ ਤੋੜੀ ਜਾ ਰਹੀ ਹੈ। ਅੰਮ੍ਰਿਤ ਦੇ ਮਹਾਨ ਐਸੀ ਜੋ ਦਾਤ ਮੇਰੇ ਸਤਿਗੁਰੂ ਨੇ ਦਿੱਤੀ, ਅੰਮ੍ਰਿਤ ਦੇ ਸਿਧਾਂਤਾਂ ਤੋਂ ਸਾਡੇ ਵਿਸ਼ਵਾਸ ਨੂੰ ਤੋੜਿਆ ਜਾ ਰਿਹਾ। ਬਾਣੀ ਤੋਂ ਨਾਮ ਤੋਂ ਸਾਡੀ ਸ਼ਰਧਾ ਤੋੜੀ ਜਾ ਰਹੀ ਹੈ, ਗੁਰੂ ਘਰ ਤੋਂ ਸਾਡਾ ਵਿਸ਼ਵਾਸ ਤੋੜਿਆ ਜਾ ਰਿਹਾ। ਪਰ ਇੱਥੇ ਸਤਿਗੁਰੂ ਜੀ ਕਹਿੰਦੇ ਆ ਸ਼ਰਧਾ ਦੀ ਦਾਤ ਮੰਗਣੀ ਆ, ਮਨ ਕਰਕੇ ਵੀ ਤਨ ਕਰਕੇ ਵੀ। ਜਿੰਨਾ ਚਿਰ ਸ਼ਰਧਾ ਨਹੀਂ ਮਨ ਵਿੱਚ ਆਏਗੀ, ਸ਼ਰਧਾ ਦਾ ਮੁੱਖ ਅਰਥ ਵਿਦਵਾਨਾਂ ਨੇ ਬੜਾ ਸੁੰਦਰ ਕੀਤਾ। ਉਹ ਕਹਿੰਦੇ ਗੁਰੂ ਸਾਹਿਬ ਦੁਆਰਾ ਕਹੇ ਹੋਏ ਸਤ ਸ਼ਾਸਤਰਾਂ ਦੇ ਬਚਨਾਂ ਨੂੰ ਸਤ ਕਰਕੇ ਮੰਨ ਲੈਣਾ, ਉਹਨਾਂ ਤੇ ਕੋਈ ਸ਼ੰਕਾ ਨਾ ਕਰਨੀ, ਨੁਕਤਾ ਚੀਨੀ ਨਾ ਕਰਨੀ, ਕੋਈ ਦੁਬਿਧਾ ਨਾ ਮਨ ਵਿੱਚ ਆਉਣ ਦੇਣੀ, ਉਸ ਨੂੰ ਸ਼ਰਧਾ ਕਿਹਾ ਜਾਂਦਾ। ਐਨ ਜੋ ਗੁਰੂ ਸਾਹਿਬ ਨੇ ਕਹਿ ਦਿੱਤਾ ਉਸ ਤੇ ਹੂਬ ਹੂਬ ਪਹਿਰਾ ਦੇਣਾ, ਤੇ ਜਦੋਂ ਪਹਿਰਾ ਦੇਵੇਗਾ ਫਿਰ ਭਾਈ ਸਾਰੀਆਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ। ਸ਼ਰਧਾ ਵਾਲਿਆਂ ਦੀਆਂ ਬੜੀਆਂ ਵੱਡੀਆਂ ਗਾਥਾਵਾਂ ਹਨ, ਸਮਾਂ ਨਹੀਂ ਆਗਿਆ ਦਿੰਦਾ। ਮਹਾਰਾਜ ਮਨ ਦੀ ਇੱਛਾ ਹੈ ਪੂਰੇ ਸਤਿਗੁਰੂ ਤੁਹਾਡੇ ਚਰਨਾਂ ਤੇ ਮੇਰੀ ਪੂਰਨ ਰੂਪ ਸ਼ਰਧਾ ਬਣ ਆਵੇ, ਜਿਸ ਕਰਕੇ ਮਹਾਰਾਜ ਤੁਹਾਡੇ ਉੱਤੇ ਮੇਰਾ ਵਿਸ਼ਵਾਸ ਜਾ ਕੇ ਹਿਰਦੈ ਵਿਸ਼ਵਾਸ ਪ੍ਰਵਾਇਆ, ਤਤ ਗਿਆਨ ਤੇ ਸਮਨ ਪ੍ਰਗਟਾਇਆ। ਇਹ ਕਿਰਪਾ ਕਰ ਦਿਓ ਮਹਾਰਾਜ ਜੀ। ਨਾਨਕ ਦਾਸ ਇਹ ਸੁਖ ਮਾਗੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜਵੇਂ ਸਰੂਪ। ਇਹ ਆਗਿਆ ਕੇ ਦਾਸਾ ਭਾਵ ਧਾਰ ਕੇ ਦਾਤ ਮੰਗਣੀ ਹੈ ਮਹਾਰਾਜ, ਸੀ ਇਹੀ ਸੁਖ ਇਹੀ ਦਾਤ ਆਪ ਜੀ ਦੇ ਦਰ ਤੋਂ ਮੰਗਦੇ ਹਾਂ। ਮੋਕਉ ਕਰ ਸੰਤਨ ਕੀ ਧੂਰੇ। ਮੈਨੂੰ ਮਹਾਰਾਜ ਆਪਣੇ ਪਿਆਰੇ ਸੰਤਾਂ ਦੀ ਚਰਨ ਧੂੜ ਬਣਾ ਲਓ। ਕਿਹੜੇ ਸੰਤ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਸਾਧ ਸੰਗਤ ਦੀ ਹਾਦੀ ਹੋ ਗਈ। ਅੱਜ ਬ੍ਰਹਮ ਗਿਆਨੀ ਧੰਨ ਬਾਬਾ ਆਤਰ ਸਿੰਘ ਦੀ ਮਸਤੂਆਣੇ ਵਾਲਿਆਂ ਦੀ ਨਿੰਦਿਆ ਹੋ ਰਹੀ ਹੈ, ਨਿੰਦਕ ਲੋਕ ਨਿੰਦਿਆ ਕਰ ਰਹੇ। ਮਹਾਂਪੁਰਖ ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਲਗੀਆਂ ਹਸਤੀਆਂ, ਕਾਰ ਸੇਵਾ ਵਾਲੇ ਮਹਾਂਪੁਰਖ, ਬ੍ਰਹਮ ਗਿਆਨੀ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ, ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ, ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ, ਮਹਾਂਪੁਰਖ ਤਤ ਬੇਤੇ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ, ਜਿਨ੍ਹਾਂ ਦੀ ਇਹ ਸੰਪਰਦਾ ਹੈ ਹਰਖੋਵਾਲ ਹੋਤੀ ਮਰਦਾਨ। ਇਹ ਬਹੁਤ ਵੱਡੀ ਸੰਪਰਦਾ ਹੈ, ਜਿਨ੍ਹਾਂ ਨੇ ਐਡੀਆਂ ਘਾਲਣਾ ਘਾਲੀਆਂ ਸਾਧ ਸੰਗਤ ਜੀ। ਅੱਜ ਉਹਨਾਂ ਨੂੰ ਇਹ ਨਾਸਤਕ ਲੋਕ ਕੀ ਆਖਦੇ ਆ ਕਿ ਅੰਗਰੇਜ਼ਾਂ ਦੇ ਏਜੰਟ ਸਨ, ਔਰ ਕਿੰਨੇ ਭੈੜੇ ਕੁਫਰ ਭਰੇ ਇਲਜ਼ਾਮ ਲਾ ਕੇ ਇਲਜ਼ਾਮ ਤਰਾਸ਼ੀਆਂ ਕਰ ਰਹੇ ਹੈ। ਜਿਹੜੇ ਐਸੇ ਮਹਾਂਪੁਰਖਾਂ ਦੀ ਨਿੰਦਿਆ ਕਰਦੇ ਉਹ ਜ਼ਬਾਨਾਂ ਵੀ ਸੜ ਜਾਣੀਆਂ, ਉਹਨਾਂ ਦੇ ਸਰੀਰ ਵੀ ਸੜ ਜਾਣੇ ਹੈ। ਸਾਧ ਸੰਗਤ ਜੀ ਮਹਾਂਪੁਰਖ ਦੀ ਨਿੰਦਿਆ ਸਾਧ ਸੰਗਤ ਜੀ ਸਭ ਤੋਂ ਵੱਡਾ ਪਾਪ, ਕਿਸੇ ਕਰਨੀ ਵਾਲੇ ਮਹਾਂਪੁਰਖ ਦੀ ਨਿੰਦਿਆ। ਸੋ ਅੱਜ ਐਸੀ ਨਿੰਦਿਆ ਦੇ ਵਿੱਚ ਲੋਕ ਲੱਗੇ ਹੋਏ, ਉਹਨਾਂ ਤੋਂ ਸਾਵਧਾਨ ਰਹਿਣਾ, ਉਹਨਾਂ ਪਾਪਾਂ ਦੇ ਭਾਗੀ ਨਹੀਂ ਬਣਨਾ ਉਹਨਾਂ ਦੇ ਨਾਲ। ਐਸੇ ਤਾਂ ਗੁਰਮੁਖਾਂ ਦਾ ਗੁਰੂ ਘਰ ਵਿੱਚ ਜਿੱਥੇ ਗੁਰਬਾਣੀ ਗੁਰਮਤ ਦਾ ਔਰ ਗੁਰੂ ਕੀ ਸੰਗਤ ਦਾ ਸਨਮਾਨ ਹੈ ਨਾ, ਉੱਥੇ ਨਾਮ ਜਪਣ ਵਾਲਿਆਂ ਦਾ ਵੀ ਸਨਮਾਨ ਹੈ। ਗੁਰੂ ਸਾਹਿਬ ਜੀ ਨੇ ਆਪ ਗੁਰਬਾਣੀ ਵਿੱਚ ਥਾਂ ਥਾਂ ਜ਼ਿਕਰ ਕੀਤਾ ਹੈ। ਅਰਦਾਸ ਵਿੱਚੋਂ ਇੱਕੋ ਹੀ 3 ਪੰਕਤੀਆਂ ਲੈ ਲਓ, ਜਿਨ ਹਠੀਆਂ ਜਪੀਆਂ ਤਪੀਆਂ, ਧਰਮ ਦੇ ਵਿੱਚ ਪ੍ਰਪੱਖਤਾ ਨਿਭਾਈ, ਨਾਮ ਦਾ ਜਪ ਕੀਤਾ, ਸੇਵਾ ਰੂਪ ਗੁਰੂ ਘਰ ਦੀ ਤਪ ਕੀਤਾ, ਉਹਨਾਂ ਦੀ ਕਮਾਈ ਦਾ ਨਿਤਾ ਪ੍ਰਤੀ ਧਿਆਨ ਧਾਰਨ ਦੀ ਆਗਿਆ, ਤੇ ਅੱਜ ਉਹਨਾਂ ਦੀ ਨਿੰਦਿਆ ਲੋਕ ਕਰ ਰਹੇ ਆ। ਉਹਨਾਂ ਤੋਂ ਸਾਵਧਾਨ ਰਿਹਾ ਕਰੋ। ਇਸ ਕਰਕੇ ਮਹਾਰਾਜ ਕਹਿੰਦੇ ਐਸੇ ਸ਼ਾਂਤ ਆਤਮਾ ਜਿਹੜੇ ਨਾਮ ਜਪ ਜਪ ਕੇ ਵਾਹਿਗੁਰੂ ਦਾ ਰੂਪ ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜਤ ਰੰਗ ਜਿਉ ਜਲ ਹੀ ਬਿਖੈ ਸਮਾਹੇ। ਐਸਿਆਂ ਦੀ ਮਹਾਰਾਜ ਸਾਨੂੰ ਚਰਨ ਧੂੜੀ। ਮਹਾਂਪੁਰਖ ਸਾਨੂੰ ਮਹਾਰਾਜ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਵਰਗੇ ਸੰਤਾਂ ਦੀ ਧੂੜੀ,
सानू होर जिन्ने महापुरख नाम रसीए, धन बाबा वीर सिंह जी नौरंगाबाद वाले, बाबा खुदा सिंह जी जैसे, बाबा शहीद बाबा महाराज सिंह जी जैसे, बाबा गुरमुख सिंह जी जैसे, बाबा श्याम सिंह जी जैसे, ऐसे महापुरखों की सानू चरण धूड़ी मिले, चरण धूड़ी उन्हां दी संगत मिले। धन बाबा विधि चंद साहब जी ने छेवें पातशाह जी तो की मंगिया सी? महाराज गुरमुख दा रंग, भाव नाम दा रंग, गुरमुख दा मेल, निश्चा भंग, साधु दा संग। भाई विधि चंद जी ने 4 दाता मंगिया सन छेवें पातशाह तो। महाराज नाम दा रंग लग जाए, हालांकि लगा होया सी। छेवें पातशाह जी ने तो उन्होंने अपने सीने बनाया होया सी, हिरदे स्थान विच अपना हिरदा बना लिया सी उन्होंने। फिर भी उन्होंने की मंगिया महाराज? नाम दा रंग, साध दा संग, साधु दी संगत, निश्चा भंग, कदे मेरे भरोसे विच कदे खड़ोत ना आवे, कमी ना आवे, ते गुरमुख दा मेल, गुरमुखां दा मेल मैनू सदा ही मिलदा रहे। सेई प्यारे मेल जिन्हां मिलिया तेरा नाम चितावे। ये दाता उन्हां महापुरखां ने मंगियां ते आपां भी मंगनी है। सो इस करके साध संगत जी फिर ऐस लोक दे भी परलोक दे भी सारे सुख गुरमुखां दी संगत विचों, साधुआं दी संगत विचों प्राप्त हुंदे है। समा नहीं अगे जाण दी आग्या दिंदा। अज इत्थे इस स्थान ते अमृत दा बाटा तैयार हो रहा। आओ वड्डियां भागां वालिओ, मन बनाओ। जिन्हां ने अमृत नहीं छकिया, खंडे बाटे दा अमृत छको। और साध संगत जी अमृत संचार हो चुका है। 25 माई भाइयों ने अमृत की दात प्राप्त की है। बहुत ही सतगुरु जी की रहमत हुई है। मैं बहुत बहुत बधाई दिना। और साध संगत जी जेडे नशियां का सेवन करते हो, नशियां का त्याग करो। जिन्हों ने केस कटाए है, सिखां दे घर में जन्म लैके साबत सूरत केस रखो। पूरे गुरु श्री गुरु ग्रंथ साहब जी दे लड़ ला के अपना जीवन सफल करो। कैसा समा आ गया कि अज साडे इष्ट धन श्री गुरु ग्रंथ साहब जी की बेदबी थां पुर थां हो रही है। बड़ी दुखदायक हिरदे वेदक घटनावां हन। खालसा पंथ लई इस तो वड्डा कोई होर दुख नहीं हो सकता कि अज साडे इष्ट सतगुरु की बेदबी हो रही है। असी बहुत वेसले बैठे हुए हाँ। सरकारां दा भी फर्ज बनता है कि ऐसे अनसरां दी, ऐसे दोषियों की पहचान करके उन्होंने कटहरे विच खड़ा करे। पर साडे भी कुछ फर्ज हैं। असी भी महाराज अगे जे होर नहीं कुछ कर सकते, अरदास तो कर सकते हैं। मेरी तो यह बेनती है सारे खालसा पंथ नूं श्री गुरु ग्रंथ साहब जी के सत्कार हित एक अरदास दिवस मनाउणा चाहिए कि महाराज साडे विच समर्था नहीं रह गई। तानो गुरसिख जिन्हां ने सतगुरु दे अदब लई अपनियां जानां कुर्बान कर दित्तियां। सच्चे पातशाह तुहाडी पावन बाणी तुहाडे स्वरूप दे अदब लई अपने खालसे नूं समर्था बख्शिश करो। इसलिए आपां स्वास स्वास अपने सतगुरु अगे बेनतियां करिए। महाराज मैं एक बचन सुना के महापुरुष संत बाबा गुरबचन सिंह जी खालसा पिंडरां वाले कलकत्ते गए हुए सन। संत ज्ञानी इंद्रजीत सिंह जी ने उन्होंने दे विद्यार्थी उन्होंने बचन सुनाया। कहंदे किसी दुकानदार ने ना किसी पापी बंदे ने श्री गुरु ग्रंथ साहब जी का कुछ हिस्सा किसी दुकानदार नूं उत्थों दे बंगाली नूं बेच दिता ते वो गुरु साहब दे अंगां दे विच वस्तुआं पा पा के लोकां नूं दई जांदा। कोई सिख गया, उसने वेख्या वो अंग महापुरखां कोले लिआंदे। महापुरुषां ने वड्डी सिख संगत गुरुद्वारा साहब अरदास कीती कि हे सच्चे पातशाह जिन्ने मेरे श्वास रहिंदे है इन्हां श्वासां दे समय दे विच कदे मेरी जिंदगी विच मेरे कन्नां विच गुरु साहब दी बेअदबी दी आवाज ना मैं कदे सुन सका। हे महाराज नहीं तो ऐसे जीवन नालों संसार तो चले जाना बेहतर है कि गुरु की बेअदबी दी आवाज साडे कन्नां विच ना कदे पवे। ऐसी मन विच भावना गुरमुखां महापुरखां दे सतपुरुषां दे हिरदे विच सी। सो साध संगत जी आपां भी
ਅਰਦਾਸ ਵੀ ਕਰਨੀ ਹੈ, ਬੇਨਤੀਆਂ ਵੀ ਕਰਨੀਆਂ, ਸਾਵਧਾਨ ਵੀ ਹੋਣਾ, ਤਿਆਰ ਬਰ ਤਿਆਰ ਵੀ ਹੋਣਾ। ਇਹ ਮੇਰੀ ਤੁਹਾਡੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ। ਅੱਜ ਬਹੁਤ ਹੀ ਮਹਾਂਪੁਰਖਾਂ ਦੇ ਨਾਮ ਸੋ ਸਾਧ ਸੰਗਤ ਜੀ, ਦਾਸ ਜਿੰਨੀਆਂ ਵੀ ਧਾਰਮਿਕ ਹਸਤੀਆਂ ਆਈਆਂ, ਫਿਰ ਮੈਂ ਬਹੁਤ ਹੀ ਸਤਿਕਾਰਯੋਗ ਖਾਲਸਾ ਪੰਥ ਦੀ ਸਭ ਤੋਂ ਧਾਰਮਿਕ ਉੱਚ ਹਸਤੀ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿਨ੍ਹਾਂ ਨੇ ਉਚੇਚੇ ਤੌਰ ਤੇ ਸਾਨੂੰ ਦਰਸ਼ਨ ਦਿੱਤੇ ਹੈ, ਸਨਮਾਨਯੋਗ। ਇਸੇ ਤਰ੍ਹਾਂ ਸਾਧ ਸੰਗਤ ਜੀ, ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਫੂਲਾ ਸਿੰਘ ਜੀ, ਔਰ ਨਿਰਮਲ ਭੇਖ ਸੰਪਰਦਾਇ ਦੇ ਸੈਕਟਰੀ ਸਾਹਿਬ ਸਾਡੇ ਅਤੀ ਸਤਿਕਾਰਯੋਗ ਸੰਤ ਬਾਬਾ ਬਲਵੰਤ ਸਿੰਘ ਜੀ, ਸੈਕਟਰੀ ਨਿਰਮਲ ਪੰਚਾਇਤੀ ਅਖਾੜਾ ਕਨਖਲ ਹਰਿਦੁਆਰ, ਮਹਾਂਪੁਰਖ ਸੰਤ ਬਾਬਾ ਸੰਤੋਖ ਸਿੰਘ ਜੀ ਪਾਲਦੀ ਵਾਲੇ ਪ੍ਰਧਾਨ ਪ੍ਰਾਚੀਨ ਨਿਰਮਲ ਮਹਾਮੰਡਲ, ਸੰਤ ਬਾਬਾ ਬਿਕਰਮ ਸਿੰਘ ਜੀ ਨੰਗਲ ਵਾਲੇ, ਸੰਤ ਬਾਬਾ ਪ੍ਰੀਤਮ ਸਿੰਘ ਜੀ ਬਾੜੀਆਂ ਵਾਲੇ, ਸੰਤ ਬਾਬਾ ਕਸ਼ਮੀਰ ਸਿੰਘ ਜੀ ਕੋਟ ਪਤੂਹੀ ਵਾਲੇ, ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ, ਸੰਤ ਬਾਬਾ ਚਰਨਜੀਤ ਸਿੰਘ ਜੀ ਜੱਸੋਵਾਲ, ਮੁੱਖ ਬੁਲਾਰੇ ਦਮਦਮੀ ਟਕਸਾਲ, ਜਥਾ ਪਿੰਡਰਾ ਮਹਿਤਾ, ਸੰਤ ਬਾਬਾ ਹਰਮੀਤ ਸਿੰਘ ਜੀ ਬਣ ਸਾਹਿਬ। ਇਸੇ ਤਰ੍ਹਾਂ ਬਹੁਤ ਸਤਿਕਾਰਯੋਗ ਮਾਤਾ ਬੀਬੀ ਜਸਪ੍ਰੀਤ ਕੌਰ ਜੀ ਮਾਹਲਪੁਰ ਵਾਲੇ, ਜੋ ਮਹਾਂਪੁਰਖ ਸੱਚਖੰਡ ਵਾਸੀ ਸੰਤ ਬਾਬਾ ਪਰਮਜੀਤ ਸਿੰਘ ਜੀ ਮਾਹਲਪੁਰ ਵਾਲਿਆਂ ਦੇ ਧਰਮ ਸੁਪਤਨੀ ਹਨ, ਸੰਤ ਬਾਬਾ ਜਸਵਿੰਦਰ ਸਿੰਘ ਜੀ ਬੜਿਆਣੇ ਵਾਲੇ, ਔਰ ਸੰਤ ਬਾਬਾ ਰੂੜ ਸਿੰਘ ਜੀ, ਸੰਤ ਬਾਬਾ ਨਵਤੇਜ ਸਿੰਘ ਜੀ, ਸੰਤ ਬਾਬਾ ਬਲਵਿੰਦਰ ਸਿੰਘ ਜੀ। ਇਸੇ ਹੀ ਤਰ੍ਹਾਂ ਸਾਧ ਸੰਗਤ ਜੀ, ਜਥੇਦਾਰ ਭਾਈ ਤਰਲੋਚਨ ਸਿੰਘ ਜੀ ਗੁਰਦੁਆਰਾ ਸਾਹਿਬ ਰਖਤਾ, ਸੰਤ ਬਾਬਾ ਭਗਵੰਤ ਸਿੰਘ ਜੀ ਹਰਖੋਵਾਲ, ਇਸੇ ਹੀ ਤਰ੍ਹਾਂ ਸੰਤ ਬਾਬਾ ਗੁਰਚਰਨ ਸਿੰਘ ਜੀ ਵੱਡੋਂ ਵਾਲੇ, ਸੰਤ ਬਾਬਾ ਬਲਵੀਰ ਸਿੰਘ ਜੀ ਖੇੜੇ ਵਾਲੇ, ਜਥੇਦਾਰ ਬਾਬਾ ਖੜਕ ਸਿੰਘ ਜੀ ਨਿਹੰਗ ਸਿੰਘ, ਜੋ ਸੰਤ ਬਾਬਾ ਗੁਰਮੀਤ ਸਿੰਘ ਜੀ ਮੁਕੇਰੀਆਂ ਵਾਲਿਆਂ ਵੱਲੋਂ ਆਏ ਹੈ, ਬਾਬਾ ਅਵਤਾਰ ਸਿੰਘ ਜੀ ਕਪੂਰ। ਇਸੇ ਹੀ ਤਰ੍ਹਾਂ ਸਾਧ ਸੰਗਤ ਜੀ, ਦਮਦਮੀ ਟਕਸਾਲ ਦੇ ਵਿਦਵਾਨ ਗਿਆਨੀ ਰਣਜੀਤ ਸਿੰਘ ਜੀ ਮਾਲਪੁਰ ਵਾਲੇ, ਗਿਆਨੀ ਗੁਰਜਿੰਦਰ ਸਿੰਘ ਜੀ ਗ੍ਰੰਥੀ ਗੁਰਦੁਆਰਾ ਸ਼ਹੀਦਾਂ ਮਾਲਪੁਰ, ਭਾਈ ਹਰਦੇਵ ਸਿੰਘ ਜੀ ਸਹਾਇਪੁਰ, ਸ਼ਹੀਦਾਂ ਦਾ ਪਰਿਵਾਰ, ਭਾਈ ਅਮਰਜੀਤ ਸਿੰਘ ਜੀ ਚਹੇੜੂ, ਭਾਈ ਗੁਰਦੇਵ ਸਿੰਘ ਜੀ ਬੜਿਆਣਾ, ਬੀਬੀ ਸ਼ੁਕਲਾ ਜੀ। ਇਸ ਤੋਂ ਇਲਾਵਾ ਸਾਧ ਸੰਗਤ ਜੀ, ਹੋਰ ਵੀ ਮਹਾਂਪੁਰਖ ਆਪ ਸੰਗਤ ਦੇ ਦਰਸ਼ਨ ਕਰ ਰਹੇ ਹਨ। ਦਮਦਮੀ ਟਕਸਾਲ ਦੇ ਪ੍ਰਸਿੱਧ ਵਿਦਵਾਨ ਸਤਿਕਾਰਯੋਗ ਗਿਆਨੀ ਜੀਵਾ ਸਿੰਘ ਜੀ, ਉਹ ਵੀ ਸੰਗਤ ਦੇ ਦੀਦਾਰ ਕਰ ਰਹੇ ਹਨ। ਸੋ ਸਾਧ ਸੰਗਤ ਜੀ, ਮੈਂ ਫੇਰ ਆਈਆਂ ਧਾਰਮਿਕ ਹਸਤੀਆਂ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ। ਡਾਕਟਰ ਮਨਜਿੰਦਰ ਸਿੰਘ ਜੀ ਡੰਡੀ, ਉਹ ਵੀ ਸੰਗਤ ਦੇ ਵਿੱਚ ਪਿਛਲੇ ਸਵਾ ਮਹੀਨੇ ਤੋਂ ਹਾਜ਼ਰੀਆਂ ਭਰ ਰਹੇ ਆ। ਬੜੀ ਸਤਿਗੁਰੂ ਜੀ ਦੀ ਇਸ ਪਰਿਵਾਰ ਉੱਤੇ ਕਿਰਪਾ ਹੈ। ਕਥਾ ਦੀਆਂ ਸੀਡੀਆਂ ਵੀ ਸਿੰਘ ਸਾਹਿਬ ਜੀ ਰਿਲੀਜ਼ ਕਰਨਗੇ, ਜੋ ਸਤਿਕਾਰਯੋਗ ਗਿਆਨੀ ਜੀਵਾ ਸਿੰਘ ਜੀ ਨੇ ਪਿਛਲੇ ਦਿਨੀ ਕਥਾ ਸੁਣਾਈ ਹੈ। ਸੋ ਹੋਰ ਵੀ ਜਿੰਨੀਆਂ ਧਾਰਮਿਕ ਹਸਤੀਆਂ ਆਈਆਂ, ਮੈਂ ਸਭ ਦਾ ਹੀ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਅਖੀਰ ਤੇ ਸੰਤ ਬਾਬਾ ਕਰਮਜੀਤ ਸਿੰਘ ਜੀ, ਸੰਤ ਬਾਬਾ ਬਲਵੀਰ ਸਿੰਘ ਜੀ ਗੁਰਦੁਆਰਾ ਟਿੱਬਾ ਸਾਹਿਬ, ਇਸ ਅਸਥਾਨ ਦੀ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਤੋਂ ਲੈ ਕੇ ਦਮਦਮੀ ਟਕਸਾਲ ਨਾਲ ਅੱਜ ਤੱਕ ਸਾਂਝ ਜੁੜੀ ਹੋਈ ਹੈ। ਮਹਾਂਪੁਰਖ ਹਰ ਸਾਲ ਇਸ ਅਸਥਾਨ ਤੇ ਆਉਂਦੇ ਰਹੇ। ਸੋ ਇਹਨਾਂ ਮਹਾਂਪੁਰਖਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਇਹਨਾਂ ਨੇ ਸਵਾ ਮਹੀਨੇ ਤੋਂ ਬਹੁਤ ਵੱਡਾ ਉਪਰਾਲਾ ਕਰਕੇ ਗੁਰਮਤਿ ਸਮਾਗਮਾਂ ਦੀਆਂ ਲੜੀਆਂ ਚਲਾਈਆਂ, ਵੱਡਾ ਯਤਨ ਕੀਤਾ। ਸੰਤ ਬਾਬਾ ਬਹਾਦਰ ਸਿੰਘ ਜੀ ਮਿੱਠੇ ਟਿਵਾਣੇ ਵਾਲੇ, ਉਹ ਵੀ ਪਹੁੰਚੇ ਆ। ਉਹਨਾਂ ਦਾ ਵੀ, ਸਾਰਿਆਂ ਦਾ ਹੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਹੁਣ ਇੱਥੇ ਸਮਾਪਤੀ ਹੈ। ਸਾਰੇ ਮਹਾਂਪੁਰਖ ਅਤੇ ਸਿੰਘ ਸਾਹਿਬ ਔਰ ਗਿਆਨੀ ਜੀਵਾ ਸਿੰਘ ਜੀ ਸੰਗਤ ਦੇ ਦਰਸ਼ਨ ਕਰਨਗੇ। ਆਪਾਂ ਪੂਰੀ ਇਕਾਗਰਤਾ ਨਾਲ ਆਏ ਵਿਦਵਾਨਾਂ ਦੇ, ਮਹਾਂਪੁਰਖਾਂ ਦੇ, ਸਿੰਘ ਸਾਹਿਬ ਜੀ ਦੇ ਅਮੋਲਕ ਗੁਰਮਤਿ ਦੇ ਬਚਨ ਸੁਣ ਕੇ ਲਾਭ ਲੈਣਾ ਹੈ। ਭੁੱਲਾਂ ਚੁੱਕਾਂ ਖਿਮਾ ਕਰਨੀਆਂ।
ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮਾਗੈ ਮੋਹ ਕਉ ਕਰ ਸੰਤਨ ਕੀ ਧੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ। ਬਹੁਤ ਬਹੁਤ ਧੰਨਵਾਦ ਆਪ ਜੀਆਂ ਨੂੰ ਜੋ ਪਿਛਲੇ ਦਿਨਾਂ ਤੋਂ ਭਾਈ ਸਾਹਿਬ ਭਾਈ ਜੀਵਾ ਸਿੰਘ ਜੀ ਕਥਾਵਾਚਕ ਦਮਦਮੀ ਟਕਸਾਲ ਪਿੰਡਰਾ ਵਾਲੇ ਜਪਜੀ ਸਾਹਿਬ ਤੇ ਕੀਰਤਨ ਸੋਹਲੇ ਦੀ ਕਥਾ ਆਪ ਜੀਆਂ ਨੂੰ 40 ਦਿਨ ਉਹਨਾਂ ਵੱਲੋਂ ਆਪ ਜੀਆਂ ਨੂੰ ਜਪਜੀ ਸਾਹਿਬ ਤੇ ਕੀਰਤਨ ਸੋਹਲੇ ਦੀ ਜੋ ਕਥਾ ਸਰਵਣ ਕਰਵਾਈ ਗਈ ਹੈ। ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ ਜਿਹੜੀ ਲਗਾਤਾਰ 7 ਦਿਨ ਚੜ੍ਹਦੀ ਕਲਾ ਟਾਈਮ ਟੀਵੀ ਗੁਰਦੁਆਰਾ ਬੰਗਲਾ ਸਾਹਿਬ ਭੱਲਾ ਪ੍ਰੀਤਮ ਨਵੀਂ ਦਿੱਲੀ ਤੋਂ ਆਪ ਜੀਆਂ ਨੇ ਕਥਾ ਸਰਵਣ ਕੀਤੀ। ਉਚੇਚੇ ਤੌਰ ਤੇ ਦਿੱਲੀੋਂ ਇੱਥੇ ਸ਼ਾਮ ਦੀ ਕਥਾ ਕਰਨ ਲਈ ਸਮਾਂ ਕੱਢਿਆ। ਧੰਨਵਾਦੀ ਹਾਂ ਉਹਨਾਂ ਦੇ ਆਪ ਜੀਆਂ ਨੂੰ ਸ਼ਾਮ ਨੂੰ ਵੀ ਹੁਣ ਵੀ ਕੀਰਤਨ ਸੋਹਲੇ ਦੀ ਸਮਾਪਤੀ ਦੀ